ਹੈਲੋ एवरीवन, मैं ਗੁਰਮੀਤ ਸਿੰਘ ਤੁਹਾਡਾ ਸਾਡੇ ਚੈਨਲ 24/7 ਐਜੂਕੇਸ਼ਨ ਹੱਬ 'ਤੇ ਸਵਾਗਤ ਕਰਦਾ ਹਾਂ। ਜਿਵੇਂ ਤੁਹਾਨੂੰ ਪਤਾ ਸਟੂਡੈਂਟਸ ਕਿ ਅਸੀਂ ਹਿਸਟਰੀ ਦੀਆਂ ਜੋ ਕਲਾਸਾਂ ਲੈ ਰਹੇ ਹਾਂ ਉਸ ਵਿੱਚ ਅਸੀਂ ਸਾਰੇ ਟੌਪਿਕ ਹਿਸਟਰੀ ਦੇ ਚੱਕ ਰਹੇ ਹਾਂ ਅਤੇ ਉਹਨਾਂ ਦੇ ਇੰਪੋਰਟੈਂਟ MCQ ਕਰ ਰਹੇ ਹਾਂ। ਜਿਵੇਂ ਅਸੀਂ ਪੁਰਾਣੀਆਂ ਕਲਾਸਾਂ ਲਾਈਆਂ ਨੇ ਉਹ ਤੁਸੀਂ ਕਲਾਸਾਂ ਸਾਰੀਆਂ ਅਟੈਂਡ ਕਰਨੀਆਂ ਨੇ ਅਤੇ ਅੱਜ ਅਸੀਂ ਦਿੱਲੀ ਸਲਤਨਤ ਇਸ ਦੇ ਉੱਪਰ ਜਿੰਨੇ ਵੀ ਇੰਪੋਰਟੈਂਟ MCQ ਬਣਦੇ ਨੇ ਉਹ ਅੱਜ ਕਰਾਂਗੇ। ਅਤੇ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ ਅਤੇ ਸਬਸਕ੍ਰਾਈਬ ਕਰਨਾ। ਤਾਂ ਅੱਜ ਅਸੀਂ ਇਸ ਦੇ ਇੰਪੋਰਟੈਂਟ MCQ ਦੇਖਦੇ ਹਾਂ। ਤਾਂ ਸਾਡੇ ਕੋਲ ਜੋ ਪਹਿਲਾ ਪ੍ਰਸ਼ਨ ਹੈ ਉਹ ਹੈ ਜੀ, ਤਹਿਰਾਨ ਦਾ ਪਹਿਲਾ ਯੁੱਧ ਕਿਸ ਸਮੇਂ ਵਿੱਚ ਹੋਇਆ? 1190, 1090, 1191 ਜਾਂ 1192। ਠੀਕ ਹੈ ਜੀ। ਅਤੇ ਜੋ ਤਹਿਰਾਨ ਦਾ ਪਹਿਲਾ ਯੁੱਧ ਹੋਇਆ ਇਸ ਦਾ ਰਾਈਟ ਆਨਸਰ ਹੈ 1191। ਅਤੇ ਇਹ ਯੁੱਧ ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਵਿਚਕਾਰ ਹੋਇਆ। ਠੀਕ ਹੈ ਜੀ, ਪ੍ਰਿਥਵੀ ਰਾਜ ਚੌਹਾਨ ਇਹਨਾਂ ਵਿਚਕਾਰ ਜੋ ਤਹਿਰਾਨ ਦਾ ਪਹਿਲਾ ਯੁੱਧ ਹੋਇਆ 1191 ਵਿੱਚ। ਅਤੇ ਦੂਸਰਾ ਇਸ ਵਿੱਚ ਜੋ ਪਹਿਲਾ ਯੁੱਧ ਸੀ ਇਸ ਵਿੱਚ ਮੁਹੰਮਦ ਗੌਰੀ ਦੀ ਹਾਰ ਹੋਈ ਅਤੇ ਪ੍ਰਿਥਵੀ ਰਾਜ ਚੌਹਾਨ ਦੀ ਜਿੱਤ ਹੋਈ। ਠੀਕ ਹੈ ਜੀ। ਅਤੇ ਦੂਸਰਾ ਯੁੱਧ ਲੜਿਆ ਗਿਆ 1192 ਵਿੱਚ। ਪਹਿਲਾ ਯੁੱਧ 1191 ਅਤੇ ਦੂਸਰਾ 1192। ਅਤੇ ਇਸ ਦੇ ਵਿੱਚ ਜਦੋਂ ਮੁਹੰਮਦ ਗੌਰੀ ਨੇ ਦੁਬਾਰਾ ਹਮਲਾ ਕੀਤਾ ਤਾਂ ਮੁਹੰਮਦ ਗੌਰੀ ਜਿੱਤ ਗਿਆ ਅਤੇ ਜੋ ਪ੍ਰਿਥਵੀ ਰਾਜ ਚੌਹਾਨ ਸੀ ਉਸ ਦੀ ਹਾਰ ਹੋਈ। ਠੀਕ ਹੈ ਜੀ। ਤਾਂ ਮੁਹੰਮਦ ਗੌਰੀ ਦੀ ਜਿੱਤ ਤੋਂ ਬਾਅਦ ਭਾਰਤ ਵਿੱਚ ਮੁਸਲਿਮ ਰਾਜ ਦੀ ਸਥਾਪਨਾ ਹੋਈ। ਠੀਕ ਹੈ, ਇਹ ਸਾਰੇ ਪੁਆਇੰਟ ਤੁਸੀਂ ਯਾਦ ਰੱਖਣੇ ਆ। ਪਹਿਲਾ ਯੁੱਧ 1191, ਦੂਸਰਾ ਯੁੱਧ 1192। ਪਿਸ਼ਾਵਰ ਦਾ ਯੁੱਧ ਹੇਠ ਲਿਖਿਆਂ ਵਿੱਚੋਂ ਕਿਸ ਦੋ ਸ਼ਾਸਕਾਂ ਦੇ ਵਿਚਕਾਰ ਲੜਿਆ ਗਿਆ? ਮੁਹੰਮਦ ਬਿਨ ਕਾਸਿਮ ਅਤੇ ਜੈਪਾਲ, ਮਹਿਮੂਦ ਗਜਨੀ ਅਤੇ ਜੈਪਾਲ, ਮਹਿਮੂਦ ਗਜਨੀ ਅਤੇ ਆਨੰਦਪਾਲ, ਮੁਹੰਮਦ ਗੌਰੀ ਅਤੇ ਜੈਪਾਲ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਨਹੀਂ, ਆਪਸ਼ਨ ਨੰਬਰ 2। ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਨੰਬਰ 2 ਮਹਿਮੂਦ ਗਜਨੀ ਅਤੇ ਜੈਪਾਲ। ਠੀਕ ਹੈ ਜੀ। ਅਤੇ ਇਸ ਨੂੰ ਵਹਿੰਦ ਦੀ ਪਹਿਲੀ ਲੜਾਈ ਵੀ ਕਿਹਾ ਜਾਂਦਾ ਹੈ। ਵਹਿੰਦ ਦੀਆਂ ਦੋ ਲੜਾਈਆਂ ਹੋਈਆਂ, ਪਹਿਲੀ ਹੋਈ ਮਹਿਮੂਦ ਗਜਨੀ ਅਤੇ ਜੈਪਾਲ ਅਤੇ ਦੂਸਰੀ ਲੜਾਈ ਹੋਈ ਮਹਿਮੂਦ ਗਜਨੀ ਅਤੇ ਆਨੰਦਪਾਲ। ਠੀਕ ਹੈ ਜੀ। ਵਹਿੰਦ ਦੀ ਦੂਜੀ ਲੜਾਈ, ਵਹਿੰਦ ਦੀ ਪਹਿਲੀ ਲੜਾਈ। ਵਹਿੰਦ ਦੀ ਲੜਾਈ ਨੂੰ ਪਿਸ਼ਾਵਰ ਦੀ ਲੜਾਈ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਤਾਂ ਜੋ ਵਹਿੰਦ ਦੀ ਪਹਿਲੀ ਲੜਾਈ ਹੋਈ ਉਸ ਵਿੱਚ ਮੁਹੰਮਦ ਗਜਨੀ ਦੀ ਜਿੱਤ ਹੋਈ। ਠੀਕ ਹੈ। ਅਤੇ ਉਸ ਤੋਂ ਬਾਅਦ ਜੈਪਾਲ ਦੀ ਹਾਰ ਹੋਈ ਅਤੇ ਜੈਪਾਲ ਤੋਂ ਬਾਅਦ ਜੋ ਰਾਜਾ ਬਣਿਆ ਉਹ ਸੀ ਆਨੰਦਪਾਲ। ਠੀਕ ਹੈ। ਜੈਪਾਲ ਦੀ ਹਾਰ ਤੋਂ ਬਾਅਦ ਜੋ ਉਸ ਤੋਂ ਬਾਅਦ ਦੂਸਰਾ ਸ਼ਾਸਕ ਬਣਿਆ ਉਹ ਸੀ ਆਨੰਦਪਾਲ। ਠੀਕ ਹੈ ਜੀ। ਸ਼ਾਹਨਾਮਾ ਕਿਸ ਕਵੀ ਵਿਦਵਾਨ ਦੇ ਦੁਆਰਾ ਲਿਖਿਆ ਗਿਆ? ਅਲਬਰੂਨੀ, ਫਿਰਦੌਸੀ, ਉਤਬੀ ਜਾਂ ਬਾਣਭੱਟ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2 ਫਿਰਦੌਸੀ। ਠੀਕ ਹੈ। ਅਤੇ ਜੋ ਆਪਸ਼ਨ ਨੰਬਰ 4 ਹੈ ਬਾਣਭੱਟ, ਇਹ ਕਿਸ ਦਾ ਰਾਜ ਕਵੀ ਸੀ? ਹਰਸ਼ਵਰਧਨ। ਅਤੇ ਇਹਨਾਂ ਦੀਆਂ ਰਚਨਾਵਾਂ ਕਾਦੰਬਰੀ, ਅਤੇ ਦੂਸਰੀ ਹਰਸ਼ਚਰਿਤ। ਭਾਰਤ ਵਿੱਚ ਮੁਸਲਿਮ ਸਾਮਰਾਜ ਕਿਸ ਦੇ ਦੁਆਰਾ ਸਥਾਪਿਤ ਕੀਤਾ ਗਿਆ? ਮੁਹੰਮਦ ਗੌਰੀ, ਮਹਿਮੂਦ ਗਜਨੀ, ਮੁਹੰਮਦ ਬਿਨ ਕਾਸਿਮ ਜਾਂ ਬਾਬਰ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 1 ਮੁਹੰਮਦ ਗੌਰੀ। ਠੀਕ ਹੈ ਜੀ। ਅਤੇ ਜੋ ਪਹਿਲਾ ਮੁਸਲਮਾਨ ਹਮਲਾਵਰ ਸੀ ਉਹ ਸੀ ਮੁਹੰਮਦ ਬਿਨ ਕਾਸਿਮ। ਭਾਰਤ ਉੱਪਰ ਹਮਲਾ ਮੁਹੰਮਦ ਬਿਨ ਕਾਸਿਮ ਨੇ ਕੀਤਾ ਅਤੇ ਮਹਿਮੂਦ ਗਜਨੀ ਇਹਨਾਂ ਨੇ ਵੀ ਕੀਤਾ, ਪਰੰਤੂ ਇਹ ਜੋ ਸਨ ਇਹਨਾਂ ਨੇ ਭਾਰਤ ਵਿੱਚ ਆਪਣਾ ਸ਼ਾਸਨ ਕਾਇਮ ਨਹੀਂ ਕੀਤਾ। ਠੀਕ ਹੈ ਜੀ। ਇਹਨਾਂ ਨੇ ਸਿਰਫ ਇੱਥੇ ਲੁੱਟ ਕੀਤੀ। ਅਤੇ ਜੋ ਮੁਹੰਮਦ ਗੌਰੀ ਸੀ
ਇਸ ਨੇ ਜਿੱਤ ਤੋਂ ਬਾਅਦ ਭਾਰਤ ਵਿੱਚ ਆਪਣਾ ਸ਼ਾਸਨ ਵੀ ਕਾਇਮ ਕੀਤਾ। ਇਹ ਸਾਰੇ ਪੁਆਇੰਟ ਆਪਾਂ ਯਾਦ ਰੱਖਣੇ ਨੇ। ਨਾਲੰਦਾ ਵਿਸ਼ਵਵਿਦਿਆਲਿਆ ਨੂੰ ਕਿਸ ਦੇ ਦੁਆਰਾ ਤਬਾਹ ਕੀਤਾ ਗਿਆ? ਬਖਤਿਆਰ ਖਲਜੀ, ਮਹਿਮੂਦ ਗਜਨੀ, ਕੁਮਾਰ ਗੁਪਤ ਫਸਟ ਜਾਂ ਪ੍ਰਿਥਵੀ ਰਾਜ ਚੌਹਾਨ। ਤੇ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ 1 ਬਖਤਿਆਰ ਖਲਜੀ। ਜੋ ਇਹ ਬਖਤਿਆਰ ਖਲਜੀ ਸੀ ਇਹ ਮੁਹੰਮਦ ਗੌਰੀ ਦਾ ਸੈਨਾ ਨਾਇਕ ਸੀ। ਠੀਕ ਹੈ ਜੀ। ਤੇ ਨਾਲੰਦਾ ਵਿਸ਼ਵਵਿਦਿਆਲਿਆ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਕੁਮਾਰ ਗੁਪਤ ਫਸਟ। ਆਪਾਂ ਪਿਛਲੀ ਕਲਾਸ ਵਿੱਚ ਇਹ ਡਿਸਕਸ ਕਰ ਲਿਆ ਸੀ। ਨਾਲੰਦਾ ਵਿਸ਼ਵਵਿਦਿਆਲਿਆ ਦਾ ਨਿਰਮਾਣ ਕਿਸ ਨੇ ਕਰਾਇਆ? ਕੁਮਾਰ ਗੁਪਤ ਫਸਟ, ਜੋ ਕਿ ਗੁਪਤ ਵੰਸ਼ ਦਾ ਸ਼ਾਸਕ ਸੀ। ਠੀਕ ਹੈ। ਭਾਰਤ ਆਉਣ ਵਾਲਾ ਯਾਤਰੀ ਇਬਨ ਬਤੂਤਾ ਕਿੱਥੋਂ ਦਾ ਰਹਿਣ ਵਾਲਾ ਸੀ? ਤੁਰਕੀ, ਪਰਸ਼ੀਆ, ਮੋਰੱਕੋ, ਚੀਨ। ਤੇ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ 3 ਮੋਰੱਕੋ। ਇਹ ਯਾਤਰੀ ਮੋਰੱਕੋ ਦਾ ਰਹਿਣ ਵਾਲਾ ਸੀ। ਠੀਕ ਹੈ ਜੀ। ਮੋਰੱਕੋ ਤੋਂ ਆਇਆ ਸੀ ਤੇ ਕਿਸ ਦੇ ਸ਼ਾਸਨ ਵਿੱਚ ਆਇਆ? ਤੁਗਲਕ ਵੰਸ਼। ਤੁਗਲਕ ਵੰਸ਼ ਦੇ ਵਿੱਚ ਆਇਆ ਤੇ ਉਸ ਟਾਈਮ 'ਤੇ ਜੋ ਸ਼ਾਸਕ ਸੀ, ਜੋ ਰਾਜਾ ਸੀ, ਉਹ ਸੀ ਮੁਹੰਮਦ ਬਿਨ ਤੁਗਲਕ। ਠੀਕ ਹੈ ਜੀ। ਕਿਸ ਦੇ ਸਮੇਂ ਆਇਆ? ਮੁਹੰਮਦ ਬਿਨ ਤੁਗਲਕ ਦੇ। ਦਿੱਲੀ ਸਲਤਨਤ ਵਿੱਚ ਸਭ ਤੋਂ ਪਹਿਲਾ ਵੰਸ਼ ਕਿਹੜਾ ਸੀ? ਖਿਲਜੀ ਵੰਸ਼, ਤੁਗਲਕ ਵੰਸ਼, ਲੋਧੀ ਵੰਸ਼ ਜਾਂ ਗੁਲਾਮ ਵੰਸ਼। ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ 4 ਗੁਲਾਮ ਵੰਸ਼। ਦਿੱਲੀ ਸਲਤਨਤ ਦਾ ਜੋ ਸਭ ਤੋਂ ਪਹਿਲਾ ਸ਼ਾਸਨ ਕੀਤਾ, ਜਿਨ੍ਹਾਂ ਨੇ ਪਹਿਲਾ ਵੰਸ਼ ਸੀ, ਉਹ ਸੀ ਗੁਲਾਮ ਵੰਸ਼। ਇਹ ਆਪਾਂ ਸੀਰੀਜ਼ ਜੋ ਪੂਰੀ ਹੈ ਇਸ ਸਲਤਨਤ ਦੀ ਆਪਾਂ ਯਾਦ ਰੱਖਣੀ ਹੈ। ਸਭ ਤੋਂ ਪਹਿਲਾਂ ਗੁਲਾਮ ਵੰਸ਼, ਦੂਸਰੇ ਨੰਬਰ 'ਤੇ ਖਿਲਜੀ ਵੰਸ਼, ਤੀਸਰੇ ਨੰਬਰ 'ਤੇ ਤੁਗਲਕ ਵੰਸ਼, ਚੌਥੇ ਨੰਬਰ 'ਤੇ ਸੈਯਦ ਵੰਸ਼ ਤੇ ਪੰਜਵੇਂ ਨੰਬਰ 'ਤੇ ਹੈ ਜੀ ਲੋਧੀ ਵੰਸ਼। ਠੀਕ ਹੈ। ਇਹ ਜੋ ਸਾਰੀ ਸੀਰੀਜ਼ ਹੈ ਇਸ ਤੋਂ ਆਪਾਂ ਐਵੇਂ ਇਸੇ ਤਰ੍ਹਾਂ ਦੇ ਨਾਲ ਯਾਦ ਰੱਖਣੀ ਹੈ। ਅਤੇ ਆਪਾਂ ਨੂੰ ਪਤਾ ਹੈ ਕਿ ਲੋਧੀ ਵੰਸ਼ ਤੋਂ ਬਾਅਦ ਮੁਗਲ ਆਉਣਗੇ। ਪਹਿਲਾ ਰਾਜਾ ਆਊਗਾ ਬਾਬਰ, ਉਹ ਆਪਾਂ ਅਗਲੀਆਂ ਕਲਾਸਾਂ ਦੇ ਵਿੱਚ ਡਿਸਕਸ ਕਰਾਂਗੇ। ਗੁਲਾਮ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ? ਆਰਾਮ ਸ਼ਾਹ, ਕੁਤਬਦੀਨ ਐਬਕ, ਇਲਤੁਤਮਿਸ਼ ਜਾਂ ਮੁਹੰਮਦ ਗੌਰੀ। ਅਤੇ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2 ਕੁਤਬਦੀਨ ਐਬਕ। ਇਸ ਨੂੰ ਗੁਲਾਮ ਵੰਸ਼ ਕਿਉਂ ਕਿਹਾ ਗਿਆ? ਕਿਉਂਕਿ ਜੋ ਕੁਤਬਦੀਨ ਐਬਕ ਸੀ ਇਹ ਮੁਹੰਮਦ ਗੌਰੀ ਦਾ ਗੁਲਾਮ ਸੀ। ਅਤੇ ਮੁਹੰਮਦ ਗੌਰੀ ਜਦੋਂ ਭਾਰਤ ਤੋਂ ਗਿਆ ਅਤੇ ਉਸ ਤੋਂ ਬਾਅਦ ਉਹ ਭਾਰਤ ਦਾ ਸ਼ਾਸਨ ਕੁਤਬਦੀਨ ਐਬਕ ਨੂੰ ਸੌਂਪ ਕੇ ਗਿਆ। ਠੀਕ ਹੈ ਜੀ। ਅਤੇ ਗੁਲਾਮ ਵੰਸ਼ ਸ਼ੁਰੂ ਹੁੰਦਾ ਹੈ 1206 AD ਵਿੱਚ। ਅਤੇ ਗੁਲਾਮ ਵੰਸ਼ ਇਸ ਦਾ ਪਹਿਲਾ ਸ਼ਾਸਕ ਜੋ ਬਣਿਆ ਉਹ ਬਣੂਗਾ ਜੀ ਕੁਤਬਦੀਨ ਐਬਕ। ਠੀਕ ਹੈ। ਸਾਰੇ ਪੁਆਇੰਟ ਤੁਸੀਂ ਯਾਦ ਰੱਖਣੇ ਨੇ। ਰਜ਼ੀਆ ਸੁਲਤਾਨ ਕਿਸ ਸ਼ਾਸਕ ਦੀ ਪੁੱਤਰੀ ਸੀ? ਆਰਾਮ ਸ਼ਾਹ, ਕੁਤਬਦੀਨ ਐਬਕ, ਮੁਹੰਮਦ ਗੌਰੀ ਜਾਂ ਇਲਤੁਤਮਿਸ਼। ਅਤੇ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ 4 ਇਲਤੁਤਮਿਸ਼। ਰਜ਼ੀਆ ਸੁਲਤਾਨ ਜੋ ਕਿ ਦਿੱਲੀ ਸਲਤਨਤ ਦੀ ਪਹਿਲੀ ਅਤੇ ਆਖਰੀ ਜੋ ਔਰਤ ਸ਼ਾਸਕ ਸੀ ਬਣੀ। ਅਤੇ ਇਸ ਦਾ ਜੋ ਸ਼ਾਦੀ ਹੋਈ ਉਹ ਹੋਈ ਅਲਤੋਨੀਆ ਨਾਲ। ਠੀਕ ਹੈ ਜੀ। ਅਤੇ ਇਸ ਦਾ ਸ਼ਾਸਨ ਕਾਲ ਰਿਹਾ 1236 ਤੋਂ 1240 ਤੱਕ। ठीक है जी। 28 दिन का चौपड़ा अजमेर विखे किस शासक के द्वारा बनवाया गया? इल्तुतमिश, मुहम्मद गौरी,
ਕੁਤਬਦੀਨ ਐਬਕ ਜਾਂ ਆਰਾਮ ਸ਼ਾਹ। ਤੇ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ 3 ਕੁਤਬਦੀਨ ਐਬਕ। ਇਸ ਦੇ ਦੁਆਰਾ ਅਜਮੇਰ ਵਿਖੇ 28 ਦਿਨ ਕਾ ਝੌਂਪੜਾ ਇਹ ਬਣਵਾਇਆ ਗਿਆ। ਠੀਕ ਹੈ ਜੀ। ਤੇ ਦਿੱਲੀ ਵਿੱਚ ਜੋ ਪਹਿਲੀ ਮਸਜਿਦ ਬਣੀ ਉਹ ਵੀ ਕੁਤਬਦੀਨ ਐਬਕ ਦੁਆਰਾ ਬਣਵਾਈ ਗਈ। ਠੀਕ ਹੈ। ਤੇ ਕੁਤਬਦੀਨ ਐਬਕ ਕੌਣ ਸੀ? ਗੁਲਾਮ ਵੰਸ਼ ਦਾ ਪਹਿਲਾ ਸ਼ਾਸਕ ਸੀ। ਠੀਕ ਹੈ ਜੀ। ਗੁਲਾਮ ਵੰਸ਼ ਦਾ ਪਹਿਲਾ ਸ਼ਾਸਕ ਸੀ ਤੇ ਗੁਲਾਮ ਵੰਸ਼ ਦਾ ਆਰੰਭ ਹੁੰਦਾ ਹੈ 1206 ਵਿੱਚ। ਖਿਲਜੀ ਵੰਸ਼ ਦੀ ਸਥਾਪਨਾ ਕਿਸ ਸ਼ਾਸਕ ਦੇ ਦੁਆਰਾ ਕੀਤੀ ਗਈ? ਅਲਾਉਦੀਨ ਖਿਲਜੀ, ਜਲਾਲੂਦੀਨ ਖਿਲਜੀ, ਮੁਬਾਰਕ ਸ਼ਾਹ, ਉਪਰੋਕਤ ਕੋਈ ਨਹੀਂ। ਤੇ ਖਿਲਜੀ ਵੰਸ਼ ਸੀ ਜੋ ਇਸ ਦੀ ਸਥਾਪਨਾ ਜਲਾਲੂਦੀਨ ਖਿਲਜੀ ਦੁਆਰਾ ਕੀਤੀ ਗਈ। ਆਪਸ਼ਨ ਨੰਬਰ 2 ਜਲਾਲੂਦੀਨ ਖਿਲਜੀ। ਠੀਕ ਹੈ ਜੀ। ਤੇ ਜੋ ਖਿਲਜੀ ਵੰਸ਼ ਹੈ ਇਹ ਗੁਲਾਮ ਵੰਸ਼ ਤੋਂ ਬਾਅਦ ਆਇਆ। ਗੁਲਾਮ ਵੰਸ਼ ਤੇ ਉਸ ਤੋਂ ਬਾਅਦ ਆਇਆ ਜੀ ਖਿਲਜੀ ਵੰਸ਼। ਠੀਕ ਹੈ। ਤੇ ਖਿਲਜੀ ਵੰਸ਼ ਦਾ ਆਰੰਭ ਹੁੰਦਾ ਹੈ 1290 ਵਿੱਚ ਤੇ ਗੁਲਾਮ ਵੰਸ਼ ਦਾ ਹੁੰਦਾ ਹੈ 1206 ਵਿੱਚ। ਗੁਲਾਮ ਵੰਸ਼ ਦਾ ਪਹਿਲਾ ਸ਼ਾਸਕ ਕੁਤਬਦੀਨ ਐਬਕ ਤੇ ਖਿਲਜੀ ਵੰਸ਼ ਦਾ ਪਹਿਲਾ ਸ਼ਾਸਕ ਜਲਾਲੂਦੀਨ ਖਿਲਜੀ। ਠੀਕ ਹੈ ਜੀ। ਲੋਹ ਤੇ ਰਕਤ ਦੀ ਨੀਤੀ ਕਿਸ ਸ਼ਾਸਕ ਦੇ ਦੁਆਰਾ ਸ਼ੁਰੂ ਕੀਤੀ ਗਈ? ਮੁਹੰਮਦ ਬਿਨ ਕਾਸਿਮ, ਮਹਿਮੂਦ ਗਜਨੀ, ਅਲਾਉਦੀਨ ਖਿਲਜੀ ਜਾਂ ਜਲਾਲੂਦੀਨ ਖਿਲਜੀ। ਤੇ ਇਸ ਦਾ ਜੋ ਰਾਈਟ ਆਂਸਰ ਹੈ ਜੀ ਉਹ ਹੈ ਆਪਸ਼ਨ ਨੰਬਰ 3 ਅਲਾਉਦੀਨ ਖਿਲਜੀ। ਇਸ ਦੇ ਦੁਆਰਾ ਹੀ ਲੋਹ ਤੇ ਰਕਤ ਦੀ ਨੀਤੀ ਸ਼ੁਰੂ ਕੀਤੀ ਗਈ। ਠੀਕ ਹੈ ਜੀ। ਤੇ ਨੀਤੀ ਕਿਉਂ ਬਣੇਗੀ? ਉਸ ਟਾਈਮ 'ਤੇ ਜੋ ਮੰਗੋਲ ਸੀਗੇ ਉਹਨਾਂ ਦੇ ਹਮਲੇ ਹੁੰਦੇ ਸੀ, ਬਹੁਤ ਜ਼ਿਆਦਾ ਹਮਲੇ ਅਲਾਉਦੀਨ ਖਿਲਜੀ ਦੇ ਕਾਰਜਕਾਲ ਦੌਰਾਨ ਹੋਏ ਤੇ ਇਹਨਾਂ ਹਮਲਿਆਂ ਨੂੰ ਰੋਕਣ ਲਈ ਹੀ ਲੋਹ ਤੇ ਰਕਤ ਦੀ ਨੀਤੀ ਬਣਾਈ ਗਈ। ਠੀਕ ਹੈ ਜੀ। ਮੰਗੋਲਾਂ ਦੇ ਹਮਲਿਆਂ ਦਾ ਸਾਹਮਣਾ ਕਰਨ ਲਈ ਲੋਹ ਤੇ ਰਕਤ ਦੀ ਨੀਤੀ ਬਣਾਈ ਗਈ ਤੇ ਇਸ ਤੋਂ ਬਾਅਦ ਅਲਾਉਦੀਨ ਖਿਲਜੀ ਅਤੇ ਮੰਗੋਲਾਂ ਇਹਨਾਂ ਦੇ ਵਿਚਕਾਰ ਜੋ ਹੱਦ ਬਣੀ, ਠੀਕ ਹੈ ਜੀ, ਉਹ ਬਣੀ ਸਿੰਧ ਨਦੀ। ਇਸ ਨੀਤੀ ਤੋਂ ਬਾਅਦ ਮੰਗੋਲ ਅਤੇ ਜੋ ਖਿਲਜੀ ਸੀ ਇਹਨਾਂ ਦੇ ਵਿਚਕਾਰ ਇੱਕ ਹੱਦਬੰਦੀ ਕੀਤੀ ਗਈ ਜੋ ਕਿ ਸੀ ਸਿੰਧ ਨਦੀ। ਤਾਂ ਆਪਾਂ ਨੈਕਸਟ ਪ੍ਰਸ਼ਨ ਦੇਖਦੇ ਹਾਂ। ਸਿਕੰਦਰ ਸਨੀ ਕਿਸ ਸ਼ਾਸਕ ਨੂੰ ਕਿਹਾ ਗਿਆ? ਕੁਤਬਦੀਨ ਐਬਕ, ਅਲਾਉਦੀਨ ਖਿਲਜੀ, ਆਰਾਮ ਸ਼ਾਹ, ਮੁਹੰਮਦ ਗੌਰੀ। ਤੇ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2 ਅਲਾਉਦੀਨ ਖਿਲਜੀ। ਇਸ ਨੂੰ ਸਿਕੰਦਰ ਸਨੀ ਕਿਹਾ ਗਿਆ। ਠੀਕ ਹੈ ਜੀ। ਤੇ ਇਹ ਦਿੱਲੀ ਦਾ ਐਸਾ ਪਹਿਲਾ ਸ਼ਾਸਕ ਸੀ ਜਿਸ ਨੇ ਪਰਮਾਨੈਂਟ ਫੌਜ ਦੀ ਸਥਾਪਨਾ ਕੀਤੀ। ਠੀਕ ਹੈ। ਤੇ ਖਿਲਜੀ ਵੰਸ਼ ਦਾ ਇਹ ਦੂਸਰਾ ਸ਼ਾਸਕ ਸੀ ਤੇ ਖਿਲਜੀ ਵੰਸ਼ ਦਾ ਪਹਿਲਾ ਸ਼ਾਸਕ ਸੀ ਜਲਾਲੂਦੀਨ ਖਿਲਜੀ। ਜਲਾਲੂਦੀਨ ਖਿਲਜੀ ਖਿਲਜੀ ਵੰਸ਼ ਦਾ ਪਹਿਲਾ ਸ਼ਾਸਕ ਤੇ ਦੂਸਰਾ ਸੀ ਅਲਾਉਦੀਨ ਖਿਲਜੀ। ਠੀਕ ਹੈ ਜੀ। ਤੇ ਅਲਾਉਦੀਨ ਖਿਲਜੀ ਦਾ ਜੋ ਸੈਨਾ ਨਾਇਕ ਸੀ ਉਹ ਸੀ ਮਲਿਕ ਕਫੂਰ। ਉਹ ਸੀ ਜੀ ਮਲਿਕ ਕਫੂਰ। ਤੇ ਜੋ ਮਸ਼ਹੂਰ ਹੀਰਾ ਸੀ ਕੋਹਿਨੂਰ ਹੀਰਾ, ਉਹ ਮਲਿਕ ਕਫੂਰ ਨੇ ਹੀ ਅਲਾਉਦੀਨ ਖਿਲਜੀ ਨੂੰ ਭੇਂਟ ਕੀਤਾ ਸੀ। ਠੀਕ ਹੈ ਜੀ। ਕੋਹਿਨੂਰ ਹੀਰਾ ਮਲਿਕ ਕਫੂਰ ਨੇ ਅਲਾਉਦੀਨ ਖਿਲਜੀ ਨੂੰ ਭੇਂਟ ਕੀਤਾ ਸੀ। ਠੀਕ ਹੈ ਜੀ। ਤਾਂ ਆਪਾਂ ਨੈਕਸਟ ਪ੍ਰਸ਼ਨ 'ਤੇ ਚੱਲਦੇ ਹਾਂ। ਤੂਤੀਏ ਹਿੰਦ ਜਾਂ ਪੈਰਟ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਹੈ? ਅਮੀਰ ਖੁਸਰੋ, ਤਾਨਸੇਨ, ਉਤਬੀ ਜਾਂ ਬਾਣਭੱਟ। ਤੇ ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ 1 ਅਮੀਰ ਖੁਸਰੋ। ਠੀਕ ਹੈ। ਇਹਨਾਂ ਨੂੰ ਪੈਰਟ ਆਫ ਇੰਡੀਆ ਕਿਹਾ ਜਾਂਦਾ ਹੈ ਤੇ ਇਹਨਾਂ ਨੇ ਹੀ ਤਬਲਾ ਅਤੇ ਸਿਤਾਰ ਦੀ ਖੋਜ ਕੀਤੀ। ਤਬਲਾ ਤੇ ਸਿਤਾਰ। ਠੀਕ ਹੈ। ਤੇ ਜੋ ਇੱਕ ਬਹੁਤ ਪੁਰਾਣੇ ਇੰਸਟਰੂਮੈਂਟ ਸੀ ਵੀਣਾ, ਉਸ ਦੇ ਵਿੱਚ ਕਾਫੀ ਸੁਧਾਰ ਕੀਤੇ। ਠੀਕ ਹੈ। ਇਹਨਾਂ ਦੋਨਾਂ ਦੀ ਇਹਨਾਂ ਇੰਸਟਰੂਮੈਂਟ ਦੀ ਖੋਜ ਕੀਤੀ ਤੇ ਵੀਣਾ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਕੀਤੇ। ਠੀਕ ਹੈ। ਤੁਗਲਕ ਵੰਸ਼ ਦੀ ਸਥਾਪਨਾ ਕਿਸ ਸ਼ਾਸਕ ਦੇ ਦੁਆਰਾ ਕੀਤੀ ਗਈ? ਗਿਆਸੁਦੀਨ ਤੁਗਲਕ, ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ,
ਜਾਂ ਨਸਰੁਦੀਨ ਤੁਗਲਕ। ਠੀਕ ਹੈ ਜੀ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਨੰਬਰ 1 ਗਿਆਸੁਦੀਨ ਤੁਗਲਕ। ਇਹਨਾਂ ਦੇ ਦੁਆਰਾ ਤੁਗਲਕ ਵੰਸ਼ ਦੀ ਸਥਾਪਨਾ ਕੀਤੀ ਗਈ। ਠੀਕ ਹੈ। ਅਤੇ ਇਹਨਾਂ ਦੇ ਸ਼ਾਸਨ ਕਾਲ ਵਿੱਚ ਬਹੁਤ ਸਾਰੀਆਂ ਨਹਿਰਾਂ ਦਾ ਨਿਰਮਾਣ ਕੀਤਾ ਗਿਆ। ਠੀਕ ਹੈ। ਅਤੇ ਇਹਨਾਂ ਦੁਆਰਾ ਹੀ ਤੁਗਲਕਾਬਾਦ ਸ਼ਹਿਰ ਵਸਾਇਆ ਗਿਆ ਅਤੇ ਉਸ ਨੂੰ ਆਪਣੀ ਰਾਜਧਾਨੀ ਬਣਾਇਆ। ਕਿਹਨਾਂ ਨੇ? ਗਿਆਸੁਦੀਨ ਤੁਗਲਕ। ਇਕਤਾ ਪ੍ਰਣਾਲੀ ਦਾ ਆਰੰਭ ਕਿਸ ਸ਼ਾਸਕ ਦੇ ਦੁਆਰਾ ਕੀਤਾ ਗਿਆ? ਇਲਤੁਤਮਿਸ਼, ਫਿਰੋਜ਼ ਸ਼ਾਹ ਤੁਗਲਕ, ਅਲਾਉਦੀਨ ਖਿਲਜੀ ਜਾਂ ਮੁਹੰਮਦ ਗੌਰੀ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 1 ਇਲਤੁਤਮਿਸ਼। ਇਲਤੁਤਮਿਸ਼ ਦੁਆਰਾ ਹੀ ਇਕਤਾ ਪ੍ਰਣਾਲੀ ਦਾ ਆਰੰਭ ਕੀਤਾ ਗਿਆ। ਅਤੇ ਇਕਤਾ ਪ੍ਰਣਾਲੀ ਕੀ ਸੀ? ਇਸ ਟਾਈਮ ਦੇ ਉੱਪਰ ਦਿੱਲੀ ਦਾ ਜੋ ਸਲਤਨਤ ਸੀ ਇਹ ਕਾਫੀ ਜ਼ਿਆਦਾ ਇਸ ਦਾ ਵਿਸਥਾਰ ਹੋ ਗਿਆ ਸੀ। ਠੀਕ ਹੈ। ਤਾਂ ਇਸ ਨੂੰ ਸੰਭਾਲਣ ਦੇ ਲਈ ਇਸ ਨੂੰ ਥੋੜ੍ਹੇ ਛੋਟੇ ਛੋਟੇ ਭਾਗਾਂ ਦੇ ਵਿੱਚ ਵੰਡਿਆ ਗਿਆ। ਠੀਕ ਹੈ। ਜਿਨ੍ਹਾਂ ਨੂੰ ਇਕਤਾ ਕਿਹਾ ਗਿਆ ਅਤੇ ਉਹਨਾਂ ਨੂੰ ਜੋ ਸੰਭਾਲਣ ਵਾਲਾ ਸੀ ਉਹਨੂੰ ਇਕਤਾਦਾਰ ਕਿਹਾ ਗਿਆ। ਠੀਕ ਹੈ ਜੀ। ਕੀ ਕਿਹਾ ਗਿਆ? ਇਕਤਾਦਾਰ। ਅਤੇ ਜੋ ਇਲਤੁਤਮਿਸ਼ ਸੀ ਇਹ ਗੁਲਾਮ ਵੰਸ਼ ਨਾਲ ਸੰਬੰਧ ਰੱਖਦਾ ਸੀ, ਗੁਲਾਮ ਵੰਸ਼ ਦਾ ਸ਼ਾਸਕ ਸੀ। ਫਿਰੋਜ਼ ਸ਼ਾਹ ਤੁਗਲਕ, ਤੁਗਲਕ ਵੰਸ਼, ਅਲਾਉਦੀਨ ਖਿਲਜੀ, ਖਿਲਜੀ ਵੰਸ਼। ਠੀਕ ਹੈ ਜੀ। ਕੁਤਬ ਮੀਨਾਰ ਦੀ ਮੁਰੰਮਤ ਅਤੇ ਇਸ ਦੀ 5ਵੀਂ ਮੰਜ਼ਿਲ ਕਿਸ ਸ਼ਾਸਕ ਦੇ ਦੁਆਰਾ ਬਣਵਾਈ ਗਈ? ਕੁਤਬਦੀਨ ਐਬਕ, ਇਲਤੁਤਮਿਸ਼, ਫਿਰੋਜ਼ ਸ਼ਾਹ ਤੁਗਲਕ ਜਾਂ ਅਲਾਉਦੀਨ ਖਿਲਜੀ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਫਿਰੋਜ਼ ਸ਼ਾਹ ਤੁਗਲਕ। ਠੀਕ ਹੈ। ਕੁਤਬ ਮੀਨਾਰ ਦੀ ਜੋ 5ਵੀਂ ਮੰਜ਼ਿਲ ਬਣਾਈ ਗਈ ਅਤੇ ਇਸ ਦੀ ਮੁਰੰਮਤ ਕਰਾਈ ਗਈ ਉਹ ਕਰਾਈ ਗਈ ਫਿਰੋਜ਼ ਸ਼ਾਹ ਤੁਗਲਕ ਦੁਆਰਾ। ਅਤੇ ਇਸ ਦਾ ਜੋ ਆਰੰਭ ਕਰਾਇਆ ਗਿਆ ਉਹ ਕਰਾਇਆ ਗਿਆ ਜੀ ਕੁਤਬਦੀਨ ਐਬਕ ਦੁਆਰਾ। ਕੁਤਬ ਮੀਨਾਰ ਇਸ ਦਾ ਆਰੰਭ ਕਰਾਇਆ ਗਿਆ ਕੁਤਬਦੀਨ ਐਬਕ ਦੁਆਰਾ। ਅਤੇ ਇਸ ਦੀਆਂ ਜੋ ਹੋਰ ਮੰਜ਼ਿਲਾਂ ਸੀ ਕੁਛ ਮੰਜ਼ਿਲਾਂ ਬਣਾਈਆਂ ਗਈਆਂ ਇਲਤੁਤਮਿਸ਼ ਦੁਆਰਾ ਅਤੇ ਇਸ ਦੀ ਆਖਰ ਵਾਲੀ ਮੰਜ਼ਿਲ ਬਣਾਈ ਗਈ ਫਿਰੋਜ਼ ਸ਼ਾਹ ਤੁਗਲਕ ਦੁਆਰਾ। ਠੀਕ ਹੈ ਜੀ। ਲੋਧੀ ਵੰਸ਼ ਦੀ ਸਥਾਪਨਾ ਕਿਸ ਸ਼ਾਸਕ ਦੇ ਦੁਆਰਾ ਕੀਤੀ ਗਈ? ਇਬਰਾਹਿਮ ਲੋਧੀ, ਸਿਕੰਦਰ ਲੋਧੀ, ਬਹਿਲੋਲ ਲੋਧੀ ਜਾਂ ਉਪਰੋਕਤ ਕੋਈ ਨਹੀਂ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 3 ਬਹਿਲੋਲ ਲੋਧੀ। ਇਸ ਦੇ ਦੁਆਰਾ ਹੀ ਲੋਧੀ ਵੰਸ਼ ਦੀ ਸਥਾਪਨਾ ਕੀਤੀ ਗਈ। ਠੀਕ ਹੈ ਜੀ। ਅਤੇ ਇਹ ਪਹਿਲਾ ਅਫਗਾਨ ਵੰਸ਼ ਸੀ। ਪਹਿਲਾ ਅਫਗਾਨ ਵੰਸ਼ ਕਿਹੜਾ ਸੀ? ਲੋਧੀ ਵੰਸ਼। ਠੀਕ ਹੈ ਜੀ। ਅਤੇ ਬਹਿਲੋਲ ਲੋਧੀ ਦਾ ਸ਼ਾਸਨ ਕਾਲ ਸ਼ੁਰੂ ਹੁੰਦਾ ਹੈ 1451 ਦੇ ਵਿੱਚ। ਪਹਿਲਾ ਸ਼ਾਸਕ ਬਣਿਆ ਬਹਿਲੋਲ ਲੋਧੀ, ਦੂਸਰਾ ਬਣਿਆ ਸਿਕੰਦਰ ਲੋਧੀ ਅਤੇ ਉਸ ਤੋਂ ਬਾਅਦ ਜੀ ਇਬਰਾਹਿਮ ਲੋਧੀ ਇਸ ਵੰਸ਼ ਦਾ ਆਖਰੀ ਸ਼ਾਸਕ ਸੀ। ਠੀਕ ਹੈ। ਆਗਰਾ ਸ਼ਹਿਰ ਕਿਸ ਸ਼ਾਸਕ ਦੇ ਸ਼ਾਸਨ ਕਾਲ ਦੌਰਾਨ ਵਸਾਇਆ ਗਿਆ? ਬਹਿਲੋਲ ਲੋਧੀ, ਸਿਕੰਦਰ ਲੋਧੀ, ਮੁਹੰਮਦ ਬਿਨ ਤੁਗਲਕ ਜਾਂ ਇਲਤੁਤਮਿਸ਼। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2 ਸਿਕੰਦਰ ਲੋਧੀ। ਅਤੇ ਇਹ ਸ਼ਹਿਰ ਕਦੋਂ ਵਸਾਇਆ ਗਿਆ? 1504 ਈਸਵੀ ਵਿੱਚ। ਅਤੇ ਉਸ ਤੋਂ ਬਾਅਦ ਸਿਕੰਦਰ ਲੋਧੀ ਨੇ ਆਗਰਾ ਨੂੰ ਹੀ ਆਪਣੀ ਰਾਜਧਾਨੀ ਬਣਾਇਆ। ਤਾਂ ਆਪਾਂ ਤੈਮੂਰ ਦੇ ਹਮਲੇ ਸਮੇਂ ਦਿੱਲੀ ਸਲਤਨਤ ਦਾ ਸ਼ਾਸਕ ਕੌਣ ਸੀ? ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਅਲਾਉਦੀਨ ਖਿਲਜੀ ਜਾਂ ਨਸਰੁਦੀਨ ਤੁਗਲਕ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 4 ਨਸਰੁਦੀਨ ਤੁਗਲਕ। ਤੈਮੂਰ ਦੇ ਹਮਲੇ ਹੋਏ ਜਦੋਂ ਉਸ ਟਾਈਮ 'ਤੇ ਜੋ ਸ਼ਾਸਕ ਸੀ ਉਹ ਸੀ ਨਸਰੁਦੀਨ ਤੁਗਲਕ। ਅਤੇ ਨਸਰੁਦੀਨ ਤੁਗਲਕ ਤੁਗਲਕ ਵੰਸ਼ ਦਾ ਆਖਰੀ ਸ਼ਾਸਕ ਸੀ। ਅਤੇ ਇਸ ਤੁਗਲਕ ਵੰਸ਼ ਦਾ ਜੋ ਪਹਿਲਾ ਸ਼ਾਸਕ ਸੀ ਉਹ ਸੀ ਜੀ ਗਿਆਸੁਦੀਨ ਤੁਗਲਕ। ਅਤੇ ਤੁਗਲਕ ਵੰਸ਼ ਦੀ ਜੋ ਸਥਾਪਨਾ ਕੀਤੀ ਗਿਆਸੁਦੀਨ ਤੁਗਲਕ ਨੇ ਕੀਤੀ ਅਤੇ ਆਖਰੀ ਰਾਜਾ ਸੀ ਨਸਰੁਦੀਨ ਤੁਗਲਕ। ਇਸ ਤੋਂ ਬਾਅਦ ਜੋ ਆਇਆ ਉਹ ਹੈ ਜੀ ਸੱਯਦ ਵੰਸ਼।
ठीक है, सैयद वंश। सैयद वंश की स्थापना किसके द्वारा की गई? मुबारक शाह, खिजर खान, आलम शाह ਜਾਂ ਮੁਹੰਮਦ शाह। तो इसका जो राइट आंसर है वो है जी ऑप्शन नंबर 2 खिजर खान। खिजर खान के द्वारा सैयद वंश की स्थापना की गई। पहला वंश सी गुलाम वंश, दूसरा खिलजी वंश, तीसरा जी तुगलक वंश, फिर सी सैयद वंश ते आखिर विच सी लोधी वंश। इसकी सीरीज़ तुसीं इस तरह दे नाल याद रखनी है। किस दे शासन काल विच सब तो ज़्यादा मंगोल हमले होए? फिरोज शाह तुगलक, अलाउद्दीन खिलजी, मुहम्मद बिन तुगलक ਜਾਂ इल्तुतमिश। तो इसका जो राइट आंसर है वो है जी ऑप्शन नंबर 2 अलाउद्दीन खिलजी। तो इसे हमलों के कारण मंगोलों के जो हमले होए इस दे कारण ही लोह ते रक्त की नीति तैयार की गई, जो किसने की? अलाउद्दीन खिलजी ने की। लोधी वंश का आखिरी शासक कौन सी? दौलत खां लोधी, बहलोल लोधी, सिकंदर लोधी ਜਾਂ इब्राहिम लोधी। इसका जो राइट आंसर है वो है जी ऑप्शन नंबर 4 इब्राहिम लोधी। पहला शासक कौन सी? बहलोल लोधी, दूसरा सिकंदर लोधी ते तीसरा सी इब्राहिम लोधी। ठीक है जी, ये वंश 1451 तो लैके 1526 तक रहा। ठीक है, तो नैक्सट प्रश्न देखते हैं। दिल्ली सल्तनत उपर सब तो लंबे समय तक किस शासक ने किस वंश ने शासन किया? लोधी वंश, खिलजी वंश, तुगलक वंश ਜਾਂ गुलाम वंश। तो इसका जो राइट आंसर है वो है जी ऑप्शन नंबर 3 तुगलक वंश। सब तो लंबा समा तुगलक वंश ने शासन किया, करीब 94 साल। ठीक है जी, तो सब तो घट किया लोधी वंश ने, सब तो ज़्यादा तुगलक वंश तो सब तो घट लोधी वंश। ठीक है, तुगलक वंश की स्थापना की गियासुद्दीन तुगलक ने, लोधी वंश की स्थापना की बहलोल लोधी ने। हेठ लिखियां विचों किहड़ा शासक गुलाम वंश के नाल संबंधित है? फिरोज शाह, खिजर खान, इल्तुतमिश ਜਾਂ शाहजहां। तो इसका जो राइट आंसर है वो है जी ऑप्शन नंबर 3 इल्तुतमिश। इल्तुतमिश का संबंध गुलाम वंश नाल है। ठीक है जी, गुलाम वंश का पहला शासक सी कुतुबुद्दीन ऐबक। कुतुबुद्दीन ऐबक की मौत तो बाद शासक बनया आराम शाह, जो कि जिसनों काबिल ना समझा गया कि वह राजगद्दी ते काबिल नहीं, इस करके इस तो बाद जो शासन बनया वो सी जी इल्तुतमिश। ठीक है, आराम शाह तो बाद किस दे कोल शासन आया? इल्तुतमिश दे कोल। ते जो रजिया सुल्तान सी वो इल्तुतमिश दी ही पुत्री सी। जो कि अगे 1236 विच राजगद्दी उपर बैठी। ठीक है जी, तो नैक्सट प्रश्न देखते हैं। महमूद गजनी ने भारत उपर कितनी बार हमला किया? 16 बार, 17 बार, 18 बार ਜਾਂ 19 बार। तो इसका जो राइट आंसर है वो है जी ऑप्शन नंबर 2 17 बार। ठीक है, तो महमूद गजनी ने ही सोमनाथ मंदिर नूं लुटिया। ठीक है, तो वहिंद दियाँ दो लड़ाइयाँ हुईयां वो महमूद गजनी ने की। पहली लड़ाई जयपाल नाल, दूसरी आनंदपाल। आनंदपाल जयपाल का ही पुत्र सी।
ਬਾਜ਼ਾਰ ਨਿਯਮ ਅਤੇ ਮੁੱਲ ਨਿਯੰਤਰਣ ਦੀ ਸ਼ੁਰੂਆਤ ਕਿਸ ਸ਼ਾਸਕ ਦੇ ਦੁਆਰਾ ਕੀਤੀ ਗਈ? ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਅਲਾਉਦੀਨ ਖਿਲਜੀ ਜਾਂ ਇਲਤੁਤਮਿਸ਼। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 3 ਅਲਾਉਦੀਨ ਖਿਲਜੀ। ਇਸ ਦੇ ਦੁਆਰਾ ਬਾਜ਼ਾਰ ਨਿਯਮ ਅਤੇ ਮੁੱਲ ਨਿਯੰਤਰਣ ਦੀ ਸ਼ੁਰੂਆਤ ਕੀਤੀ ਗਈ ਅਤੇ ਲੋਹ ਅਤੇ ਰਕਤ ਦੀ ਨੀਤੀ ਵੀ ਅਲਾਉਦੀਨ ਖਿਲਜੀ ਦੁਆਰਾ ਹੀ ਤਿਆਰ ਕੀਤੀ ਗਈ। ਠੀਕ ਹੈ ਜੀ। ਅਤੇ ਅਲਾਉਦੀਨ ਖਿਲਜੀ ਖਿਲਜੀ ਵੰਸ਼ ਦਾ ਦੂਸਰਾ ਸ਼ਾਸਕ ਸੀ ਅਤੇ ਪਹਿਲਾ ਸੀ ਜਲਾਲੂਦੀਨ ਖਿਲਜੀ। ਦਿੱਲੀ ਨੂੰ ਆਪਣੀ ਰਾਜਧਾਨੀ ਘੋਸ਼ਿਤ ਕਰਨ ਵਾਲਾ ਪਹਿਲਾ ਸੁਲਤਾਨ ਕਿਹੜਾ ਸੀ? ਬਲਬਨ, ਕੁਤਬਦੀਨ ਐਬਕ, ਇਲਤੁਤਮਿਸ਼ ਜਾਂ ਫਿਰੋਜ਼ ਸ਼ਾਹ ਤੁਗਲਕ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 3 ਇਲਤੁਤਮਿਸ਼। ਠੀਕ ਹੈ ਜੀ। ਇਲਤੁਤਮਿਸ਼ ਗੁਲਾਮ ਵੰਸ਼ ਦਾ ਸ਼ਾਸਕ ਸੀ ਅਤੇ ਇਸਨੇ ਹੀ ਇਕਤਾ ਪ੍ਰਣਾਲੀ ਦਾ ਆਰੰਭ ਕੀਤਾ। ਕੁਤਬਦੀਨ ਐਬਕ ਦੀ ਰਾਜਧਾਨੀ ਕਿਹੜੀ ਸੀ? ਦਿੱਲੀ, ਲਾਹੌਰ, ਆਗਰਾ ਜਾਂ ਫਿਰੋਜ਼ਾਬਾਦ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2 ਲਾਹੌਰ। ਲਾਹੌਰ ਕੁਤਬਦੀਨ ਐਬਕ ਦੀ ਰਾਜਧਾਨੀ ਸੀ ਅਤੇ ਇਸ ਤੋਂ ਬਾਅਦ ਇਲਤੁਤਮਿਸ਼ ਨੇ ਰਾਜਧਾਨੀ ਕਿਸ ਨੂੰ ਬਣਾਇਆ? ਦਿੱਲੀ ਨੂੰ। ਅਤੇ ਸਿਕੰਦਰ ਲੋਧੀ ਉਸਨੇ ਆਗਰਾ ਨੂੰ 1504 ਦੇ ਵਿੱਚ ਆਪਣੀ ਰਾਜਧਾਨੀ ਬਣਾਇਆ। ਠੀਕ ਹੈ ਜੀ। ਕਿਸ ਨੇ? ਸਿਕੰਦਰ ਲੋਧੀ ਨੇ। ਦੱਖਣ ਨੂੰ ਫਤਿਹ ਕਰਨ ਵਾਲਾ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਕੌਣ ਸੀ? ਅਲਾਉਦੀਨ ਖਿਲਜੀ, ਜਲਾਲੂਦੀਨ ਖਿਲਜੀ, ਫਿਰੋਜ਼ ਸ਼ਾਹ ਤੁਗਲਕ ਜਾਂ ਇਲਤੁਤਮਿਸ਼। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 1 ਅਲਾਉਦੀਨ ਖਿਲਜੀ। ਇਸਨੇ ਹੀ ਦੱਖਣ ਨੂੰ ਸਭ ਤੋਂ ਪਹਿਲਾਂ ਫਤਿਹ ਕੀਤਾ ਅਤੇ ਇਹ ਮਿਸ਼ਨ ਇਹ ਕੰਮ ਕਿਸ ਨੂੰ ਸੌਂਪਿਆ ਗਿਆ? ਆਪਣੇ ਸੈਨਾ ਨਾਇਕ ਮਲਿਕ ਕਫੂਰ ਨੂੰ। ਠੀਕ ਹੈ ਜੀ। ਇਹ ਕੰਮ ਕਿਸ ਨੂੰ ਦਿੱਤਾ ਗਿਆ? ਮਲਿਕ ਕਫੂਰ ਨੂੰ। ਤਾਂ ਆਪਾਂ ਸਾਰੇ ਕੁਐਸਚਨ ਦੇਖ ਲਏ ਨੇ। ਆਈ ਹੋਪ ਤੁਹਾਨੂੰ ਸਾਰੇ ਪ੍ਰਸ਼ਨਾਂ ਦੀ ਸਮਝ ਲੱਗ ਗਈ ਹੋਵੇਗੀ। ਤਾਂ ਆਪਾਂ ਇੱਕ ਵਾਰ ਇਹਨਾਂ ਸਾਰੇ ਪ੍ਰਸ਼ਨਾਂ ਦੀ ਕੁਇਕ ਰਿਵੀਜ਼ਨ ਲੈ ਲੈਂਦੇ ਹਾਂ ਤਾਂ ਕਿ ਤੁਹਾਨੂੰ ਸਾਰੇ ਆਸਾਨੀ ਨਾਲ ਯਾਦ ਹੋ ਸਕਣ। ਤਹਿਰਾਨ ਦਾ ਪਹਿਲਾ ਯੁੱਧ ਕਿਸ ਸਮੇਂ ਵਿੱਚ ਹੋਇਆ? ਇਸ ਦਾ ਆਨਸਰ ਹੈ ਜੀ 1191 ਆਪਸ਼ਨ ਨੰਬਰ 3। ਪੇਸ਼ਾਵਰ ਦਾ ਯੁੱਧ ਹੇਠ ਲਿਖਿਆਂ ਵਿੱਚੋਂ ਕਿਸ ਦੋ ਸ਼ਾਸਕਾਂ ਦੇ ਵਿਚਕਾਰ ਲੜਿਆ ਗਿਆ? ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ 2 ਮਹਿਮੂਦ ਗਜਨੀ ਅਤੇ ਜੈਪਾਲ। ਸ਼ਾਹਨਾਮਾ ਕਿਸ ਕਵੀ ਵਿਦਵਾਨ ਦੇ ਦੁਆਰਾ ਲਿਖਿਆ ਗਿਆ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਫਿਰਦੌਸੀ ਦੁਆਰਾ। ਭਾਰਤ ਵਿੱਚ ਮੁਸਲਿਮ ਸਾਮਰਾਜ ਕਿਸ ਦੇ ਦੁਆਰਾ ਸਥਾਪਿਤ ਕੀਤਾ ਗਿਆ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਮੁਹੰਮਦ ਗੌਰੀ। ਮੁਹੰਮਦ ਗੌਰੀ ਦੁਆਰਾ ਇਹ ਸਾਮਰਾਜ ਕਾਇਮ ਕੀਤਾ ਗਿਆ। ਨਾਲੰਦਾ ਵਿਸ਼ਵ ਵਿਦਿਆਲਿਆ ਨੂੰ ਕਿਸ ਦੇ ਦੁਆਰਾ ਤਬਾਹ ਕੀਤਾ ਗਿਆ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਬਖਤਿਆਰ ਖਲਜੀ। ਭਾਰਤ ਆਉਣ ਵਾਲਾ ਯਾਤਰੀ ਇਬਨ ਬਤੂਤਾ ਕਿੱਥੋਂ ਦਾ ਰਹਿਣ ਵਾਲਾ ਸੀ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਮੋਰੱਕੋ। ਦਿੱਲੀ ਸਲਤਨਤ ਵਿੱਚ ਸਭ ਤੋਂ ਪਹਿਲਾ ਵੰਸ਼ ਕਿਹੜਾ ਸੀ? ਇਸ ਦਾ ਰਾਈਟ ਆਨਸਰ ਹੈ ਜੀ ਗੁਲਾਮ ਵੰਸ਼ ਆਪਸ਼ਨ ਨੰਬਰ 4। ਗੁਲਾਮ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ? ਇਸ ਦਾ ਆਨਸਰ ਹੈ ਜੀ ਕੁਤਬਦੀਨ ਐਬਕ ਆਪਸ਼ਨ ਨੰਬਰ 2। ਰਜ਼ੀਆ ਸੁਲਤਾਨ ਕਿਸ ਸ਼ਾਸਕ ਦੀ ਪੁੱਤਰੀ ਸੀ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਇਲਤੁਤਮਿਸ਼। 28 ਦਿਨ ਕਾ ਚੌਪੜਾ ਅਜਮੇਰ ਵਿਖੇ ਕਿਸ ਸ਼ਾਸਕ ਦੇ ਦੁਆਰਾ ਬਣਵਾਇਆ ਗਿਆ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਕੁਤਬਦੀਨ ਐਬਕ। ਖਿਲਜੀ ਵੰਸ਼ ਦੀ ਸਥਾਪਨਾ ਕਿਸ ਸ਼ਾਸਕ ਦੇ ਦੁਆਰਾ ਕੀਤੀ ਗਈ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਜਲਾਲੂਦੀਨ ਖਿਲਜੀ। ਲੌਹ ਅਤੇ ਰਕਤ ਦੀ ਨੀਤੀ ਕਿਸ ਸ਼ਾਸਕ ਦੇ ਦੁਆਰਾ ਸ਼ੁਰੂ ਕੀਤੀ ਗਈ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਅਲਾਉਦੀਨ ਖਿਲਜੀ। ਸਿਕੰਦਰੇ ਸਨੀ ਕਿਸ ਸ਼ਾਸਕ ਨੂੰ ਕਿਹਾ ਗਿਆ? ਇਸ ਦਾ ਆਨਸਰ ਹੈ ਜੀ ਆਪਸ਼ਨ ਨੰਬਰ 2 ਅਲਾਉਦੀਨ ਖਿਲਜੀ। ਤੂਤੀਏ ਹਿੰਦ ਕਿਸ ਨੂੰ ਕਿਹਾ ਜਾਂਦਾ ਹੈ?
ਇਸ ਦਾ ਆਨਸਰ ਹੈ ਜੀ ਅਮੀਰ ਖੁਸਰੋ, ਆਪਸ਼ਨ ਨੰਬਰ 1। ਤੁਗਲਕ ਵੰਸ਼ ਦੀ ਸਥਾਪਨਾ ਕਿਸ ਸ਼ਾਸਕ ਦੇ ਦੁਆਰਾ ਕੀਤੀ ਗਈ? ਗਿਆਸੁਦੀਨ ਤੁਗਲਕ, ਆਪਸ਼ਨ ਨੰਬਰ 1। ਇਕਤਾ ਪ੍ਰਣਾਲੀ ਦਾ ਆਰੰਭ ਕਿਸ ਸ਼ਾਸਕ ਦੇ ਦੁਆਰਾ ਕੀਤਾ ਗਿਆ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਇਲਤੁਤਮਿਸ਼। ਕੁਤਬ ਮੀਨਾਰ ਦੀ ਮੁਰੰਮਤ ਅਤੇ ਇਸ ਦੀ 5ਵੀਂ ਮੰਜ਼ਿਲ ਕਿਸ ਸ਼ਾਸਕ ਦੇ ਦੁਆਰਾ ਬਣਵਾਈ ਗਈ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਫਿਰੋਜ਼ ਸ਼ਾਹ ਤੁਗਲਕ। ਲੋਧੀ ਵੰਸ਼ ਦੀ ਸਥਾਪਨਾ ਕਿਸ ਸ਼ਾਸਕ ਦੇ ਦੁਆਰਾ ਕੀਤੀ ਗਈ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਬਹਿਲੋਲ ਲੋਧੀ। ਆਗਰਾ ਸ਼ਹਿਰ ਕਿਸ ਸ਼ਾਸਕ ਦੇ ਸ਼ਾਸਨ ਕਾਲ ਦੌਰਾਨ ਵਸਾਇਆ ਗਿਆ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਸਿਕੰਦਰ ਲੋਧੀ ਤੇ 1504 ਵਿੱਚ। ਤੈਮੂਰ ਦੇ ਹਮਲੇ ਦੇ ਸਮੇਂ ਦਿੱਲੀ ਸਲਤਨਤ ਦਾ ਸ਼ਾਸਕ ਕੌਣ ਸੀ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਨਸਰੁਦੀਨ ਤੁਗਲਕ। ਸਈਦ ਵੰਸ਼ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ? ਇਸ ਦਾ ਆਨਸਰ ਹੈ ਜੀ ਆਪਸ਼ਨ ਨੰਬਰ 2 ਖਿਜ਼ਰ ਖਾਨ। ਕਿਸ ਦੇ ਸ਼ਾਸਨ ਕਾਲ ਵਿੱਚ ਸਭ ਤੋਂ ਜ਼ਿਆਦਾ ਮੰਗੋਲ ਹਮਲੇ ਹੋਏ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਅਲਾਉਦੀਨ ਖਿਲਜੀ। ਲੋਧੀ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਇਬਰਾਹਿਮ ਲੋਧੀ। ਦਿੱਲੀ ਸਲਤਨਤ ਉੱਪਰ ਸਭ ਤੋਂ ਲੰਬੇ ਸਮੇਂ ਤੱਕ ਕਿਸ ਵੰਸ਼ ਨੇ ਸ਼ਾਸਨ ਕੀਤਾ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਤੁਗਲਕ ਵੰਸ਼। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਸਕ ਗੁਲਾਮ ਵੰਸ਼ ਦੇ ਨਾਲ ਸੰਬੰਧਿਤ ਹੈ? ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 3 ਇਲਤੁਤਮਿਸ਼। ਮਹਿਮੂਦ ਗਜਨੀ ਨੇ ਭਾਰਤ ਉੱਪਰ ਕਿੰਨੀ ਵਾਰ ਹਮਲਾ ਕੀਤਾ? 17 ਵਾਰ, ਆਪਸ਼ਨ ਨੰਬਰ 2। ਬਾਜ਼ਾਰ ਨਿਯਮ ਅਤੇ ਮੁੱਲ ਨਿਯੰਤਰਣ ਦੀ ਸ਼ੁਰੂਆਤ ਕਿਸ ਸ਼ਾਸਕ ਦੇ ਦੁਆਰਾ ਕੀਤੀ ਗਈ? ਅਲਾਉਦੀਨ ਖਿਲਜੀ, ਆਪਸ਼ਨ ਨੰਬਰ 3। ਦਿੱਲੀ ਨੂੰ ਆਪਣੀ ਰਾਜਧਾਨੀ ਘੋਸ਼ਿਤ ਕਰਨ ਵਾਲਾ ਪਹਿਲਾ ਸੁਲਤਾਨ ਕਿਹੜਾ ਸੀ? ਇਸ ਦਾ ਆਨਸਰ ਹੈ ਜੀ ਇਲਤੁਤਮਿਸ਼, ਆਪਸ਼ਨ ਨੰਬਰ 3। ਕੁਤਬਦੀਨ ਐਬਕ ਦੀ ਰਾਜਧਾਨੀ ਕਿਹੜੀ ਸੀ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਲਾਹੌਰ। ਦੱਖਣ ਨੂੰ ਫਤਿਹ ਕਰਨ ਵਾਲਾ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਕੌਣ ਸੀ? ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਅਲਾਉਦੀਨ ਖਿਲਜੀ। ਤਾਂ ਫਰੈਂਡਸ, ਇਸ ਲੈਕਚਰ ਦੀ PDF ਤੁਹਾਨੂੰ ਪ੍ਰੋਵਾਈਡ ਹੋ ਜਾਏਗੀ ਅਤੇ ਤੁਸੀਂ ਲੈਕਚਰ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਨਾ ਹੈ। ਤਾਂ ਆਪਾਂ ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ। ਗੁੱਡ ਬਾਏ, ਟੇਕ ਕੇਅਰ।